हाँ जी, सत श्री अकाल जी सारिਆਂ ਨੂੰ। ਪੰਜਾਬੀ ਭਾਸ਼ਾ ਦੀ ਜਮਾਤ ਵਿੱਚ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਆਪਣੇ ਜਿਵੇਂ ਕਿ ਵਿਆਕਰਣ ਸੰਬੰਧੀ ਆਪਾਂ ਜਿਹੜੀਆਂ ਸਾਡੀਆਂ ਸ਼੍ਰੇਣੀਆਂ ਹਨ ਉਹਨਾਂ ਦੀ ਆਪਾਂ ਗੱਲ ਕਰ ਰਹੇ ਸੀ। ਉਹਨਾਂ ਦੇ ਵਿੱਚੋਂ ਹੈ ਜੀ ਇੱਕ ਸ਼੍ਰੇਣੀ ਕਿਰਿਆ। ਆਪਾਂ ਨਾਮ, ਪੜਨਾਮ ਅਤੇ ਵਿਸ਼ੇਸ਼ਣ ਪੜ੍ਹ ਚੁੱਕੇ ਹਾਂ। ਹੁਣ ਗੱਲ ਕਰਦੇ ਹਾਂ ਜੀ ਕਿਰਿਆ ਦੀ। ਕਿਰਿਆ ਦੇ ਵਿੱਚੋਂ ਵੀ ਪ੍ਰਸ਼ਨ ਅਕਸਰ ਪੁੱਛਿਆ ਹੀ ਜਾਂਦਾ ਹੈ। ਇਹ ਪੂਰੀ ਸੰਭਾਵਨਾ ਰਹਿੰਦੀ ਹੈ ਕਿ ਕਿਰਿਆ ਦੇ ਵਿੱਚੋਂ ਪ੍ਰਸ਼ਨ ਪੁੱਛਿਆ ਜਾਵੇਗਾ। ਇਹ ਤਾਂ ਸ਼ਿਓਰ ਹੈ ਨਾ, ਪਰ ਕਿਵੇਂ ਦੇ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਗੇ ਉਹਨਾਂ ਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਅੱਛਾ, ਇੱਕ ਗੱਲ ਹੋਰ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਜਦੋਂ ਆਪਾਂ ਵਾਕਾਂ ਦੀ ਬਣਤਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਪੰਜਾਬੀ ਭਾਸ਼ਾ ਦੇ ਵਿੱਚ ਜੋ ਵਾਕ ਦੀ ਬਣਤਰ ਹੈ ਉਹ ਕੁਝ ਇਸ ਤਰ੍ਹਾਂ ਹੈ: ਕਰਤਾ ਪਲਸ ਕਰਮ ਪਲਸ ਕਿਰਿਆ। ਸੋ ਵਾਕਾਂ ਦੀ ਬਣਤਰ ਦੇ ਵਿੱਚ ਜੋ ਤਿੰਨ ਇਕਾਈਆਂ ਕੰਮ ਕਰਦੀਆਂ ਹਨ, ਕਰਤਾ, ਕਰਮ ਅਤੇ ਕਿਰਿਆ। ਮਤਲਬ ਕਿ ਇੱਕ ਸਧਾਰਨ ਵਾਕ ਦੀ ਰਚਨਾ ਜੋ ਹੈ ਉਹ ਇਸ ਸੂਤਰ ਦੇ ਅਨੁਸਾਰ ਕੀਤੀ ਜਾਂਦੀ ਹੈ ਨਾ। ਸੋ ਇੱਥੇ ਕੀ ਹੈ ਕਿ ਕਿਰਿਆ ਹੈ ਜਿਹੜੀ ਉਸ ਦੀ ਭੂਮਿਕਾ ਜਿਹੜੀ ਇੱਕ ਵਾਕ ਦੇ ਵਿੱਚ ਹੈ, ਜਿਹੜੀ ਉਸ ਦਾ ਇੰਪੋਰਟੈਂਸ ਆ ਉਹ ਬਹੁਤ ਜ਼ਿਆਦਾ ਹੈ। ਵਾਕ ਹੈ ਜਿਹੜਾ ਕੋਈ ਮੰਨ ਲਓ ਉਹ ਕਰਤਾ ਤੋਂ ਬਿਨਾਂ ਵਾਕ ਹੋ ਸਕਦਾ ਹੈ, ਕੋਈ ਦਿੱਕਤ ਨਹੀਂ ਹੈ। ਕਰਮ ਤੋਂ ਬਿਨਾਂ ਵੀ ਇੱਕ ਵਾਕ ਹੋ ਸਕਦਾ ਹੈ। ਪਰ ਜਦੋਂ ਕਿਸੇ ਵਾਕ ਦੇ ਵਿੱਚ ਕਿਰਿਆ ਨਹੀਂ ਹੈ, ਚਾਹੇ ਉਹ ਮੁੱਖ ਕਿਰਿਆ ਚਾਹੇ ਉਹ ਸਹਾਇਕ ਕਿਰਿਆ ਨਹੀਂ ਹੈ, ਤਾਂ ਉਹ ਇੱਕ ਮਤਲਬ ਕੀ ਹੈ, ਵਾਕ ਪੂਰਾ ਨਹੀਂ ਮੰਨਿਆ ਜਾਵੇਗਾ। ਉਸ ਵਾਕ ਨੂੰ ਆਪਾਂ ਵਾਕ ਨਹੀਂ ਕਹਿ ਸਕਦੇ। ਇਸੇ ਕਰਕੇ ਜਿਹੜੀ ਸਾਡੀ ਵਿਆਕਰਣ ਦੇ ਵਿੱਚ ਜੋ ਸਾਡਾ ਜਦੋਂ ਅਸੀਂ ਵਾਕ ਦੀ ਬਣਤਰ ਬਣਾਉਂਦੇ ਹਾਂ, ਜਦੋਂ ਵਾਕ ਨੂੰ ਬਣਾਉਂਦੇ ਹਾਂ ਤਾਂ ਉਦੋਂ ਕੀ ਹੈ ਕਿ ਕਿਰਿਆ ਹੈ ਜਿਹੜੀ ਉਸ ਦੀ ਇੱਕ ਬਹੁਤ ਭੂਮਿਕਾ ਵੱਧ ਜਾਂਦੀ ਹੈ ਨਾ। ਸੋ ਇਹ ਵੀ ਥੋੜ੍ਹਾ ਜਿਹਾ ਆਪਾਂ ਵਾਕ ਦੇ ਬਣਤਰ ਦੇ ਵਿੱਚ ਹਾਲਾਂਕਿ ਆਪਾਂ ਗੱਲ ਕਰਾਂਗੇ ਇਹਦੇ ਬਾਰੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਕਿਰਿਆ ਦੀ ਸਧਾਰਨ ਜਿਹੀਆਂ ਪਰਿਭਾਸ਼ਾਵਾਂ ਜੋ ਕਿ ਵਾਰ-ਵਾਰ ਪੁੱਛੀਆਂ ਜਾਂਦੀਆਂ ਨੇ। ਉਹ ਕਿਹੜੀਆਂ ਨੇ ਪਰਿਭਾਸ਼ਾਵਾਂ ਦੀ? ਜੇਕਰ ਮੈਂ ਗੱਲ ਕਰਾਂ ਤਾਂ ਉਹ ਹਨ ਜੀ, ਸਭ ਤੋਂ ਪਹਿਲੀ ਜਿਹੜੀ ਆਪਾਂ ਪਰਿਭਾਸ਼ਾ ਪੜ੍ਹਦੇ ਹਾਂ ਕਿ ਜਿਸ ਸ਼ਬਦ ਤੋਂ ਕਾਲ ਸਹਿਤ ਕੁਝ ਹੋਣ, ਕਰਨ, ਵਾਪਰਨ ਦਾ ਬੋਧ ਹੋਵੇ ਜਾਂ ਗਿਆਨ ਹੋਵੇ, ਹੈ ਨਾ। ਸੋ ਪਹਿਲੀ ਪਰਿਭਾਸ਼ਾ ਅਸੀਂ ਵੇਖਦੇ ਹਾਂ ਕਿ ਜਿਸ ਸ਼ਬਦ ਤੋਂ ਕਾਲ ਸਹਿਤ, ਕਾਲ ਦੇ ਸਮੇਤ, ਕਾਲ ਸਹਿਤ ਟੈਂਸ, ਕਾਲ ਸਹਿਤ ਕੁਝ ਹੋਣ, ਕਰਨ ਜਾਂ ਵਾਪਰਨ ਦਾ ਬੋਧ ਹੋਵੇ। ਹਾਂਜੀ, ਵਾਪਰਨ ਦਾ ਬੋਧ ਹੋਵੇ, ਉਸ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਕਿਰਿਆ। ਠੀਕ ਹੈ ਜੀ। ਜਿਵੇਂ ਆਪਾਂ ਹੋਰ ਗੱਲ ਕਰੀਏ ਇਸ ਦੀ ਕੋਈ ਹੋਰ ਪਰਿਭਾਸ਼ਾ ਕੀ ਹੈ, ਆਪਾਂ ਇੱਕ ਹੋਰ ਪਰਿਭਾਸ਼ਾ ਪੜ੍ਹਦੇ ਹਾਂ ਕਿ ਕਿਸੇ ਵਸਤੂ ਜਾਂ ਜੀਵ ਦੇ ਕੰਮ ਨੂੰ ਕਾਲ ਸਹਿਤ ਦੱਸਣਾ, ਉਸ ਨੂੰ ਕਿਹਾ ਜਾਂਦਾ ਹੈ ਜੀ ਕਿਰਿਆ, ਹੈ ਨਾ। ਕਿਸੇ ਵਸਤੂ ਜਾਂ ਜੀਵ ਦੇ ਕੰਮ ਨੂੰ ਜਾਂ ਜੀਵ ਦੇ ਕੰਮ, ਮਰਜ਼ੀ ਹੈ ਐਗਜ਼ਾਮੀਨਰ ਦੀ, ਕੰਮ ਲਿਖੇ ਇਸ ਨੂੰ, ਕਰਮ ਲਿਖੇ ਇਸ ਨੂੰ, ਕਾਰਜ ਲਿਖੇ ਇਸ ਨੂੰ। ਸਭ ਤੋਂ ਜ਼ਿਆਦਾ ਚੱਲਣ ਦੇ ਵਿੱਚ ਕਾਰਜ ਹੈ। ਵਿਆਕਰਣ ਦੇ ਅਨੁਸਾਰ ਕਾਰਜ ਸ਼ਬਦ ਹੈ। ਕਿਸੇ ਜੀਵ, ਵਸਤੂ ਜਾਂ ਜੀਵ ਦੇ ਕੰਮ ਜਾਂ ਕਰਮ ਨੂੰ ਕਾਲ ਸਹਿਤ ਦੱਸਣਾ, ਉਸ ਨੂੰ ਕਿਹਾ ਜਾਂਦਾ ਹੈ ਜੀ ਕਿਰਿਆ। ਉਹ ਕਾਲ ਸਹਿਤ ਦੱਸਣ ਵਾਲੇ ਸ਼ਬਦ ਜੋ ਹਨ ਉਹ ਕੀ ਹਨ ਜੀ? ਸਾਡੇ ਕਿਰਿਆ ਰੂਪ ਹਨ। ਹੁਣ ਆਪਾਂ ਹੋਰ ਗੱਲ ਕਰੀਏ ਕਿ ਜਿਵੇਂ ਕਿ ਹੁਣ ਆਪਾਂ ਨੂੰ ਇਹ ਗੱਲ ਤਾਂ ਪਤਾ ਲੱਗ ਗਈ ਹੈ ਨਾ ਵੀ ਕੰਮ ਦੇ ਹੋਣ ਜਾਂ ਨਾ ਹੋਣ ਦਾ ਜਿਹੜੇ ਸ਼ਬਦ ਤੋਂ ਬੋਧ ਹੋਊਗਾ ਆਪਾਂ ਨੂੰ ਇੱਕ ਵਾਕ ਦੇ ਵਿੱਚ ਕੀ ਕਰਤਾ ਨੇ ਕੁਝ ਕੀਤਾ ਹੈ ਜਾਂ ਨਹੀਂ, ਇਸ ਗੱਲ ਦਾ ਜਿਨ੍ਹਾਂ ਸ਼ਬਦਾਂ ਤੋਂ ਆਪਾਂ ਨੂੰ ਬੋਧ ਹੋਵੇਗਾ ਉਹ ਸ਼ਬਦ ਸਾਡੇ ਕਿਰਿਆ ਹੋ ਜਾਣਗੇ, ਹੈ ਨਾ। ਸੋ ਇਸ ਦੇ ਵਿੱਚ ਕੀ ਹੈ, ਵਸਤੂ ਜਾਂ ਜੀਵ ਦੇ ਕੰਮ ਜਾਂ ਕਾਰਜ ਨੂੰ ਦੱਸਣ ਵਾਲੇ ਜਿਹੜੇ ਹਨ। ਦੂਸਰੀ ਗੱਲ ਕੀ ਹੈ, ਇੱਕ ਹੋਰ ਆਪਾਂ ਵੇਖਣਾ ਹੈ ਕਿ ਕਿਸੇ ਕਾਰਜੀ ਸਥਿਤੀ ਦਾ ਬੋਧ ਕਰਾਉਣ, ਵਾਕ ਵਿੱਚ ਕਿਸੇ ਕਾਰਜੀ ਸਥਿਤੀ ਦਾ ਬੋਧ ਕਰਵਾਉਣ, ਜੋ ਸ਼ਬਦ ਬੋਧ ਕਰਵਾਉਣ। ਮੈਂ ਤੁਹਾਨੂੰ ਕਿਹਾ ਵੀ ਮਰਜ਼ੀ ਹੈ ਐਗਜ਼ਾਮੀਨਰ ਦੀ, ਕਾਰਜ ਲਿਖ ਸਕਦਾ, ਕਰਮ ਲਿਖ ਸਕਦਾ, ਕੰਮ ਲਿਖ ਸਕਦਾ ਹੈ ਨਾ। ਪਰ ਕੀ ਹੈ ਕਿ ਸਭ ਤੋਂ ਆਥੈਂਟਿਕ ਸ਼ਬਦ ਹੈ ਜਿਹੜਾ ਉਹ ਕਾਰਜ ਜਾਂ ਕਾਰਜੀ, ਇਸ ਨੂੰ ਕਿਹਾ ਜਾਂਦਾ ਹੈ। ਮਤਲਬ ਕਿ ਕੰਮ ਕਰਨ ਤੋਂ ਹੀ ਹੈ, ਵਰਕ ਕਰਨ ਤੋਂ। ਇੱਕ
ਵਾਕ ਦੇ ਵਿੱਚ ਕੋਈ ਕਿਰਿਆ ਹੋਈ ਹੈ ਜਾਂ ਨਹੀਂ, ਇਹ ਗੱਲ ਕਾਲ ਦੇ ਸਮੇਤ ਦੱਸਣੀ ਹੈ। ਉਸ ਨੂੰ ਕਹਿ ਦਿੰਦੇ ਆ ਜੀ ਕਿਰਿਆ। ਹੁਣ ਆਪਾਂ ਕਿਰਿਆ ਦੇ ਪ੍ਰਕਾਰਾਂ ਤੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਕਿਰਿਆ ਦੇ ਰੂਪਾਂ ਦੀ। ਕੁਝ ਉਦਾਹਰਣ ਮੈਂ ਤੁਹਾਡੇ ਸਾਹਮਣੇ ਪਹਿਲਾਂ ਲਿਖਦਾ, ਉਦਾਹਰਣ ਕਿਵੇਂ ਦੇ ਨੇ ਕਿਰਿਆ ਦੇ। ਉਦਾਹਰਣ ਵਾਸਤੇ ਜਿਵੇਂ ਪੜ੍ਹ, ਲਿਖ, ਖਾ, ਪੀ, ਇਸ ਤਰ੍ਹਾਂ ਕਰਕੇ, ਬੋਲ, है ना, बोल भाव बोलना, वो बोलता है ना, इस तरह करके ਜਿਹੜੇ उदाहरण ने। गिण, जा, आ, सुन, लिख, लिख तो हो गया साडा। सो होर की हैं जिवें कि छड्ड, छड्डण तो, भौंक, ये शब्द ने साडे, ये साडे किरिया हैं। इन्हां तो ही ये साडे एक तरह के किरिया के मूल धातु हैं। ये शब्दों को किरिया के मूल धातु कहा जाता है। किरिया के मूल धातु वो होंदे हैं जो अपने आप दे विच शब्द मूल होण ते उन्हां तो अगे होर किरियावां बना सकीए आपां। पढ़ तो पढ़दा, पढ़ना, जो भी आपां बनाउने है ना, वो पढ़दा है, सानू पढ़ना चाहिए है, ये सारे किरिया रूप ही हैं, है ना। सो इहदे विच की है, जे तां गल करदे आपां किरिया दी, किरिया शब्द दे विच आपां की करदे आ, एक तुहानू पता होवेगा कई बारी दिता हुंदा है एक कि किरिया रूप, है ना। भी किरिया रूप की चीज़ है जी, है ना। किरिया रूप का शाब्दिक अर्थ है कि किरिया दे रूप, है ना, सधारण जिहा अर्थ है एक इहदा। सो इहदे विच की है, मान लो एक किरिया इन्हां दे विचों कोई भी है, लिख, है ना, लिख तो अगे किरिया दे जिन्ने भी रूप बनते हैं उन्हां नूं कह दिता जाता है किरिया रूप। ये की सीगा, किरिया का मूल धातु है। ये पढ़, लिख, खा, पी, बोल, गिण, कई बारी मूल धातु का प्रश्न पूछ लेंदा है। तो पुछण का तरीका की हुंदा है, मान लो लिखना आपां इत्थों बना सकते हाँ, लिखदा, है ना, लिखवाउंदा, प्रेरणा रूप दे विच भी, है ना। सो ये देखो, जां लिखिया पास्ट दे रूप विच, जिवें मैं तुहानूं कहा है कि आपां जिहड़ी साडी जिहड़ी किरिया है उहदे विच काल दे सहित किसी चीज़ का किसी काम के होने का आपां नूं बोध होवेगा। सो काल तो काल किवें होवेगा, जदों आपां किरिया दे एक मूल धातु तो अगे होर किरिया दे रूप बनावांगे। इन्हां नूं कहा जाता है जी किरिया रूप। मतलब एक मूल धातु तो बने अगे कुछ होर किरियावां, ये भी किरिया दे विच ही आउंदियां हन। हुण प्रश्न पुछण दा तरीका पता की है एग्जामिनर दा, वो इस तरह लिखदा जां लिखना लिख देवे तो उस तो बाद कहे कि इहदा जिहड़ा मूल धातु है वो किहड़ा है, तो तुसीं मूल धातु जिहड़ा वो लिख शब्द है। ये सारे जो उपर शब्द हैं ये मूल धातु हैं। जिवें बोल तो आपां बोलना, बोलदा, बोलिया, इवें आपां बनाउने आ, ये सारे किरिया रूप आ जाते हैं। सो किरिया रूप की होंदे हैं साडी जो मूल किरिया धातु जिन्हों कह दिंदे आपां, धातु तो अगे बने होर किरिया दे शब्द, अगे बने किरिया शब्द किरिया रूप दे विच जो काम करनगे वो उस तो एक मूल तो बन गए, उन्होंने आपां लिख दिंदे आ जी किरिया रूपां दे विच। सो ये गल भी आपां खास कर ध्यान दे विच रखनी है। किरिया रूप साडे वो हन जिवें कोई किरिया दा कोई मूल धातु है जां कोई मूल किरिया है, उस तो अगे जिन्ने भी प्रकार बनते हैं, रूप बनते हैं जो कि किरिया रूप दे विच ही काम करते हैं, उन्हां नूं किरिया रूप ही कहा जाता है। लो जी आपां गल करिए जी किरिया दे प्रकारां दी। किरिया दे प्रकारां दे विच की है कि किरिया दी चार तरह दे नाल वंड कीती गई है। चार तरीके दे नाल किरिया दे प्रकार हैं, जिन्हां दे विचों साडा जो पहला प्रकार है वो आपां अक्सर ही सधारण ही पढ़ते हैं, आकर्मक किरिया ते साकर्मक किरिया, है ना। आकर्मक का अर्थ बनता है कि जो किरिया जो मतलब वाक दे विच जदों कर्म ना दिता होवे, भाव कि कर्म रहत, इहदे बारे आपां गल करांगे जी। उस तो बाद साकर्मक मतलब कर्म सहित, फिर गल करते हैं जी दूजे प्रकार की वंड विच
ਸੋ ਇਹਨਾਂ ਦਾ ਕੁਝ ਵੀ ਨਾਮ ਨਹੀਂ ਹੈ। ਬਸ ਵੰਡ ਦੇ ਵਿੱਚ ਜੋ ਸਭ ਤੋਂ ਪਹਿਲੀ ਮੁੱਖ ਵੰਡ ਸਾਡੀ ਇਹੀ ਹੁੰਦੀ ਹੈ ਕਿ ਕਿਰਿਆ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜੀ। ਆਪਾਂ ਕਹਿੰਦੇ ਹਾਂ ਜੀ 2 ਪ੍ਰਕਾਰ ਦੀ, ਕਿਹੜੀ ਆਕਰਮਕ ਤੇ ਸਾਕਰਮਕ। ਉਸ ਤੋਂ ਬਾਅਦ ਕੀ ਹੈ ਕਿ ਦੂਜਾ, ਤੀਜਾ, ਚੌਥਾ, ਇਸ ਤਰ੍ਹਾਂ ਕਰਕੇ 4 ਤਰ੍ਹਾਂ ਦੇ ਨਾਲ ਕਿਰਿਆ ਦੀ ਵੰਡ ਕੀਤੀ ਜਾਂਦੀ ਹੈ। ਇਸ ਦੇ ਮਤਲਬ ਕੀ ਹੈ, ਇੱਕ ਵਾਕ ਦੇ ਵਿੱਚ ਇਸ ਦੇ ਕਾਰਜ ਕਰਨ ਦੀਆਂ ਸਥਿਤੀਆਂ ਦੇ ਅਨੁਸਾਰ ਇਹਦੀ ਵੰਡ ਹੈ 4 ਤਰ੍ਹਾਂ ਦੇ ਨਾਲ। ਦੂਜੇ ਪ੍ਰਕਾਰ ਦੇ ਵਿੱਚ ਕੀ ਹੈ, ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਤੇ ਦੋਹਰੀ ਪ੍ਰੇਰਨਾਰਥਕ ਕਿਰਿਆ। ਇਹਨਾਂ ਦੇ ਵਿੱਚੋਂ ਸਧਾਰਨ ਕਿਰਿਆ ਦਾ ਮਤਲਬ ਉਹ ਹੁੰਦੀ ਹੈ ਸਧਾਰਨ ਕਿਰਿਆ ਜਿਸ ਦੇ ਵਿੱਚ ਵਾਕ ਦਾ ਕਰਤਾ ਆਪ ਕੰਮ ਕਰੇ, ਉਹਨੂੰ ਕਹਿ ਦਿੰਦੇ ਆ ਸਧਾਰਨ ਕਿਰਿਆ। ਦੂਸਰੀ ਦੇ ਵਿੱਚ ਜਦੋਂ ਵਾਕ ਦਾ ਕਰਤਾ ਕਿਸੇ ਦੂਜੇ ਕੋਲੋਂ ਕੰਮ ਕਰਵਾਵੇ ਉਦੋਂ ਆਪਾਂ ਕਹਿੰਦੇ ਆ ਪ੍ਰੇਰਨਾਰਥਕ ਕਿਰਿਆ। ਤੀਜੀ ਦੇ ਵਿੱਚ ਜਦੋਂ ਵਾਕ ਦਾ ਕਰਤਾ ਵੀ ਕੰਮ ਨਾ ਕਰੇ, ਦੂਜਾ ਬੰਦਾ ਵੀ ਕੰਮ ਨਾ ਕਰੇ, ਇੱਕ ਤੀਜੇ ਬੰਦੇ ਤੋਂ ਕੰਮ ਕਰਵਾਇਆ ਜਾਵੇ, ਉਹਨੂੰ ਕਿਹਾ ਜਾਂਦਾ ਹੈ ਦੋਹਰੀ ਪ੍ਰੇਰਨਾਰਥਕ ਕਿਰਿਆ। ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਉਸ ਤੋਂ ਬਾਅਦ ਇਹਦੀ ਤੀਜੇ ਪ੍ਰਕਾਰ ਦੇ ਵਿੱਚ ਇਕਹਿਰੀ ਕਿਰਿਆ ਤੇ ਸੰਯੁਕਤ ਕਿਰਿਆ। ਇਕਹਿਰੀ ਕਿਰਿਆ ਦੇ ਵਿੱਚ ਜਦੋਂ ਵਾਕ ਦੇ ਵਿੱਚ ਇੱਕੋ ਹੀ ਕਿਰਿਆ ਹੋਵੇ, ਮੂਲ ਰੂਪ ਦੇ ਵਿੱਚ ਸਾਡੇ ਜਿਹੜੇ ਮੂਲ ਧਾਤੂ ਹੁੰਦੇ ਆ ਨਾ, ਲਿਖ, ਪੜ੍ਹ, ਸੁਣ, ਖਾ, ਪੀ, ਇਹਦੇ ਵਿੱਚ ਬਣਦਾ ਨਾ ਕਿ ਤੂੰ ਸੇਬ ਖਾ, ਤੂੰ ਪੜ੍ਹ, ਤੂੰ ਲਿਖ, ਇਹ ਵੀ ਤਾਂ ਵਾਕ ਹੀ ਨੇ। ਸੋ ਇਹਨਾਂ ਨੂੰ ਇਕਹਿਰੀ ਕਿਰਿਆ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਭਾਵ ਕੀ ਹੈ, ਸਾਡੇ ਜੋ ਮੂਲ ਧਾਤੂ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ, ਸਾਡੇ ਮੂਲ ਕਿਰਿਆ ਦੇ ਧਾਤੂ ਹਨ, ਉਹਨਾਂ ਨੂੰ ਉਹ ਇਕਹਿਰੀ ਕਿਰਿਆ ਦਾ ਵੀ ਕੰਮ ਕਰਦੇ ਹਨ, ਉਹ ਸਿਰਫ ਮੂਲ ਧਾਤੂ ਨਹੀਂ ਹਨ। ਸੋ ਇੱਥੇ ਕੀ ਹੈ, ਇਕਹਿਰੀ ਕਿਰਿਆ ਦਾ ਕੰਮ ਤਾਂ ਸਾਡੇ ਮੂਲ ਧਾਤੂ ਵੀ ਕਰਦੇ ਆ, ਇਹ ਵੀ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖਿਓ। ਤੇ ਕਿਉਂਕਿ ਫਿਰ ਇਹ ਜਿਹੜਾ ਇਹਨਾਂ ਦਾ ਰਲਾ ਨਹੀਂ ਹੁੰਦਾ ਆਪਸ ਦੇ ਵਿੱਚ, ਹੈ ਨਾ। ਸੰਯੁਕਤ ਕਿਰਿਆ ਦਾ ਮਤਲਬ ਹੁੰਦਾ ਹੈ ਕਿ ਬਹੁਤ ਸਾਰੀਆਂ ਜਦੋਂ ਕਿਰਿਆਵਾਂ ਹਨ ਆ ਜਾਣ, ਜਿਵੇਂ ਕਿ ਤੂੰ ਪੜ੍ਹਿਆ ਕਰ, ਹੈ ਨਾ, ਉਹ ਪੜ੍ਹਦਾ ਹੁੰਦਾ ਸੀ, ਅਸੀਂ ਖੇਡਦੇ ਹੁੰਦੇ ਸੀ, ਖੇਡ ਰਿਹਾ ਹੈ ਨਾ, ਖਾ ਰਿਹਾ ਹੈ। ਇਸ ਤਰ੍ਹਾਂ ਕਰਕੇ ਜਦੋਂ ਆਉਂਦੇ ਆ ਖਾ ਰਿਹਾ ਹੈ, 3 ਕਿਰਿਆਵਾਂ ਆ ਜਾਂਦੀਆਂ ਜਦੋਂ, ਹੈ ਨਾ, ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਸੰਯੁਕਤ ਕਿਰਿਆ। ਜਦੋਂ ਕਿਰਿਆ ਸੰਯੁਕਤ ਜੋੜ ਰੂਪ ਦੇ ਵਿੱਚ ਆ ਜੇ, ਇਕੱਠੀਆਂ ਮਿਲ ਕੇ ਆ ਜਾਣ 2-3 ਕਿਰਿਆਵਾਂ, ਆਪਾਂ ਉਹਨਾਂ ਨੂੰ ਕਹਿੰਦੇ ਆ ਜੀ ਸੰਯੁਕਤ ਕਿਰਿਆ। ਉਸ ਤੋਂ ਬਾਅਦ ਹੈ ਜੀ ਚੌਥੇ ਪ੍ਰਕਾਰ ਦੇ ਵਿੱਚ ਮੂਲ ਕਿਰਿਆ ਤੇ ਸਹਾਇਕ ਕਿਰਿਆ। ਜਦੋਂ ਸੰਯੁਕਤ ਕਿਰਿਆਵਾਂ ਆਉਂਦੀਆਂ ਨੇ ਨਾ ਕਿ ਉਹ ਪੜ੍ਹ ਰਿਹਾ ਹੈ ਦੇ ਵਿੱਚ ਹੁਣ ਕੋਈ ਇੱਕ ਤਿੰਨਾਂ ਦੇ ਵਿੱਚੋਂ ਇੱਕ ਮੂਲ ਕਿਰਿਆ ਜ਼ਰੂਰ ਹੋਵੇਗੀ। ਪੜ੍ਹ ਰਿਹਾ ਹੈ 3 ਨਾ ਮੰਨ ਲਓ ਕਿ ਉਹ ਪੜ੍ਹ ਰਿਹਾ ਹੈ, ਇਹ ਵਾਕ ਹੈ, ਉਸ ਦੇ ਵਿੱਚ 3 ਕਿਰਿਆਵਾਂ ਹਨ, ਪੜ੍ਹ ਰਿਹਾ ਤੇ ਹੈ। ਇਹਨਾਂ ਦੇ ਵਿੱਚੋਂ ਮੂਲ ਕਿਹੜੀ ਹੈ ਜੀ ਸਾਡੀ ਪੜ੍ਹ। ਉਸ ਤੋਂ ਬਾਅਦ ਸਹਾਇਕ ਕਿਰਿਆਵਾਂ ਹਨ। ਸਹਾਇਕ ਕਿਰਿਆ ਵੀ ਕਦੀ ਮੂਲ ਕਿਰਿਆ ਦਾ ਕੰਮ ਕਰਕੇ ਤੇ ਇਹ ਕੀ ਹੈ, ਮੂਲ ਕਿਰਿਆ ਦੇ ਰੂਪ ਵਿੱਚ ਆ ਜਾਂਦੀ ਹੈ ਸਹਾਇਕ ਕਿਰਿਆ ਵੀ, ਹੈ ਨਾ, ਕਿ ਉਹ ਮੇਰਾ ਭਰਾ ਹੈ। ਸੋ ਇਹਦੇ ਵਿੱਚ ਇੱਕ ਸਹਾਇਕ ਕਿਰਿਆ ਇੱਕ ਤਰ੍ਹਾਂ ਦੀ ਹੈ ਤੇ ਉਸ ਨੂੰ ਇੱਕ ਮੂਲ ਕਿਰਿਆ ਦੇ ਰੂਪ ਵਿੱਚ ਵੀ ਦਰਸਾਇਆ ਗਿਆ ਹੈ। ਸੋ ਇਹਦੇ ਵਿੱਚ ਆਪਾਂ ਜੋ 4 ਪ੍ਰਕਾਰ ਦੀ ਸਾਡੀ ਵੰਡ ਹੈ ਇਹ ਪੜਾਂਗੇ ਆਪਾਂ। ਕਿਰਿਆ ਦੀ ਵੰਡ ਸਾਡੀ 4 ਤਰ੍ਹਾਂ ਨਾਲ ਕੀਤੀ ਗਈ ਹੈ। ਹਾਂਜੀ, ਗੱਲ ਹੈ ਜੀ ਸਾਡੀ ਪਹਿਲੇ ਪ੍ਰਕਾਰ ਦੀ ਵੰਡ ਦੀ, ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਆਕਰਮਕ ਕਿਰਿਆ ਤੇ ਸਾਕਰਮਕ ਕਿਰਿਆ ਦੀ ਵੰਡ ਹੈ। ਉਸ ਦੇ ਵਿੱਚ ਕੀ ਹੈ ਜੀ, ਆਕਰਮਕ ਕਿਰਿਆ ਦੇ ਵਿੱਚ ਮਤਲਬ ਕੀ ਹੈ ਕਿ ਕਰਮ ਨਹੀਂ ਹੋਵੇਗਾ, ਹੈ ਨਾ। ਮਤਲਬ ਕੀ ਹੋਵੇਗਾ, ਇਹਦੇ ਸੂਤਰ ਕਿਵੇਂ, ਕਰਤਾ ਪਲਸ ਕਿਰਿਆ ਹੋਊਗਾ ਜਾਂ ਕਰਤਾ ਪਲਸ ਪੂਰਕ ਪਲਸ ਕਿਰਿਆ ਜਾਂ ਕਰਤਾ ਜਾਂ ਅੱਗੇ ਕਰਤਾ ਦਾ ਵਿਸਥਾਰ ਹੀ ਹੋਵੇਗਾ, ਉਹ ਕਰਮ ਦੇ ਵਿੱਚ ਨਹੀਂ ਆਵੇਗਾ। ਸੋ ਇਹ ਇੱਕ ਆਕਰਮਕ ਕਿਰਿਆ। ਭਾਵ ਇਹਦਾ ਮਤਲਬ ਕੀ ਹੈ ਕਿ ਜਦੋਂ ਕਿਰਿਆ ਦਾ ਪ੍ਰਭਾਵ ਕਰਤਾ ਦੇ ਉੱਪਰ ਪਵੇ ਸਿੱਧਾ, ਉਦੋਂ ਉਹ ਕਿਰਿਆ ਨੂੰ ਕਿਹਾ ਜਾਂਦਾ ਹੈ ਜੀ ਸਾਡੀ ਆਕਰਮਕ ਕਿਰਿਆ। ਪਰ ਜਦੋਂ ਕਿਰਿਆ ਦਾ ਪ੍ਰਭਾਵ ਕਰਤਾ ਉੱਪਰ ਨਾ ਪਵੇ, ਸਗੋਂ ਕਰਮ ਉੱਪਰ ਪਵੇ, ਉਦੋਂ ਕਿਹਾ ਜਾਂਦਾ ਹੈ ਸਾਕਰਮਕ। ਕਰਮ ਉੱਪਰ ਕਦੋਂ ਪ੍ਰਭਾਵ ਪਊਗਾ, ਜਦੋਂ ਵਾਕ ਦੇ ਵਿੱਚ ਕਰਮ ਹੋਵੇਗਾ, ਜਦੋਂ ਵਾਕ ਦੇ ਵਿੱਚ ਕਾਰਜ ਹੋਵੇਗਾ। ਸੋ ਇਹਦਾ ਸੂਤਰ ਆਪਣਾ ਹੈ ਕਰਤਾ ਪਲਸ ਕਰਮ ਪਲਸ ਕਿਰਿਆ। ਸੋ ਇਹਦੇ ਵਿੱਚ ਕੀ ਹੈ, ਆਪਾਂ ਇਹਦੇ ਵਿੱਚ ਦੇਖਦੇ ਹਾਂ ਆਕਰਮਕ ਕਿਰਿਆ ਦੇ ਕੁਝ ਉਦਾਹਰਨਾਂ ਮੈਂ ਲਿਖੀਆਂ ਨੇ, ਜਿਵੇਂ ਬਾਲਕ ਹੱਸਦਾ ਹੈ, ਰਵੀ ਖੇਡਦਾ ਹੈ, ਪੰਛੀ ਉੱਡਦਾ ਹੈ, ਲਤਾ ਗਾਉਂਦੀ ਹੈ, ਮੀਂਹ ਵਰਦਾ ਹੈ, ਮੱਝਾਂ ਨਹਾਉਂਦੀਆਂ ਹਨ, ਮੇਰਾ ਭਰਾ ਇਸ ਸਕੂਲ ਵਿੱਚ ਪੜ੍ਹਦਾ ਹੈ, ਇਹ ਘੋੜਾ ਤੇਜ਼ ਦੌੜਦਾ ਹੈ, ਉਹ ਰੋ ਪਿਆ, ਵਿਦਿਆਰਥੀ ਪੜ੍ਹ ਰਹੇ ਹਨ।
ਸੋ ਇਹਦੇ ਵਿੱਚ ਕੀ ਹੈ, ਇਹ ਹੈ ਸਾਡੇ ਆਕਰਮਕ ਕਿਰਿਆ। ਸੋ ਆਪਾਂ ਜੇਕਰ ਸਵਾਲ ਹੋਵੇ ਸਭ ਤੋਂ ਪਹਿਲਾਂ ਕੀ ਹੈ ਕਿ ਆਕਰਮਕ ਤੇ ਸਾਕਰਮਕ ਦਾ ਡਿਫਰੈਂਸ ਆਪਾਂ ਨੂੰ ਇੱਕ ਵਾਕ ਦੇ ਵਿੱਚੋਂ ਪਤਾ ਕਰਨਾ ਹੋਵੇ ਤਾਂ ਇਹਦਾ ਸੌਖਾ ਜਿਹਾ ਇੱਕ ਤਰੀਕਾ, ਪਹਿਲਾ ਬੇਸਿਕ ਜਿਹਾ ਤਰੀਕਾ ਕੀ ਹੈ ਕਿ ਇਹਨਾਂ ਵਾਕਾਂ ਦੇ ਅਨੁਸਾਰ ਕੀ ਸ਼ਬਦ ਕੀ ਸ਼ਬਦ ਹੈ ਜਿਹੜਾ ਉਹ ਲਾ ਕੇ ਸਵਾਲ ਕੀਤਾ ਜਾਵੇ ਕਿ ਬਾਲਕ ਕੀ ਹੱਸਦਾ ਹੈ ਨਾ, ਰਵੀ ਕੀ ਖੇਡਦਾ ਹੈ, ਪੰਛੀ ਕੀ ਉੱਡਦਾ ਹੈ। ਸੋ ਇਹ ਸਵਾਲ ਹੀ ਗਲਤ ਜਾ ਰਹੇ ਨੇ, ਹੈ ਨਾ। ਸੋ ਇਹਦੇ ਵਿੱਚ ਵੀ ਕੀ ਹੈ ਕਿ ਮੇਰਾ ਭਰਾ ਇਸ ਸਕੂਲ ਵਿੱਚ ਪੜ੍ਹਦਾ ਹੈ। ਸੋ ਸਾਨੂੰ ਥੋੜ੍ਹਾ ਜਿਹਾ ਇਹਦੇ 'ਤੇ ਹੋਵੇ ਡਾਊਟ ਕਿ ਇਹ ਤਾਂ ਸਾਕਰਮਕ ਕਿਰਿਆ ਦਾ ਲੱਗਦਾ ਹੈ ਨਾ, ਪਰ ਅਸਲ ਦੇ ਵਿੱਚ ਇਹ ਜੋ ਸ਼ਬਦ ਹਨ ਇਹ ਪੂਰਕ ਸ਼ਬਦ ਹਨ ਇੱਕ ਤਰ੍ਹਾਂ ਦੇ, ਜੋ ਕਿ ਇਸ ਵਾਕ ਦੇ ਵਿੱਚ ਇੱਕ ਪੂਰਕ ਵਜੋਂ ਕੰਮ ਕਰ ਰਹੇ ਹਨ। ਸੋ ਇਹ ਕੀ ਹੈ, ਕਰਮ ਨਹੀਂ ਹਨ। ਕਰਮ ਉਦੋਂ ਹੈ ਕਿ ਜਦੋਂ ਆਪਾਂ, ਹੁਣ ਮੈਂ ਇੱਥੇ ਲਾਵਾਂ ਕਿ ਮੇਰਾ ਭਰਾ ਕੀ ਪੜ੍ਹਦਾ ਹੈ, ਅੱਗੋਂ ਸਵਾਲ ਇਹ ਵਾਕ ਦੇ ਰਿਹਾ ਕਿ ਮੇਰਾ ਭਰਾ ਇਸ ਸਕੂਲ ਵਿੱਚ ਪੜ੍ਹਦਾ ਹੈ। ਸੋ ਸਵਾਲ ਅਤੇ ਜਵਾਬ ਦੋਵੇਂ ਮਿਲੇ ਹੀ ਨਹੀਂ ਕਿ ਮੇਰਾ ਭਰਾ ਕੀ ਪੜ੍ਹਦਾ ਹੈ ਜੀ, ਤੁਸੀਂ ਅੱਗੋਂ ਆਖੋ ਜੀ ਮੇਰਾ ਭਰਾ ਇਸ ਸਕੂਲ ਵਿੱਚ ਪੜ੍ਹਦਾ ਹੈ। ਸੋ ਇਹ ਤਾਂ ਫਿਰ ਕਮਿਊਨੀਕੇਸ਼ਨ ਨਹੀਂ ਨਾ ਹੋਇਆ, ਗੱਲ ਬਣੀ ਨਹੀਂ। ਸੋ ਇਹ ਘੋੜਾ ਤੇਜ਼ ਦੌੜਦਾ ਹੈ, ਸੋ ਇਹ ਕੀ ਦੌੜਦਾ ਹੈ, ਐਵੇਂ ਤਾਂ ਨਹੀਂ ਗਾ ਨਾ। ਉਹ ਰੋ ਪਿਆ, ਵਿਦਿਆਰਥੀ ਪੜ੍ਹ ਰਹੇ ਹਨ। ਹੁਣ ਹੋਰ ਆਪਾਂ ਇਸ ਗੱਲ ਨੂੰ ਕਲੀਅਰ ਕਰਨ ਵਾਸਤੇ ਸਾਕਰਮਕ ਕਿਰਿਆ ਦੇ ਉਦਾਹਰਣ ਦੇਖਦੇ ਹਾਂ। ਜਿਵੇਂ ਕਿਰਿਆ ਦਾ ਪ੍ਰਭਾਵ ਹੈ, ਇਸ ਦੀ ਗੱਲ ਕਰਾਂ ਕਿ ਕਰਤਾ ਦੇ ਉੱਪਰ ਨਹੀਂ ਕਰਮ ਦੇ ਉੱਪਰ ਪਵੇਗਾ। ਜਦੋਂ ਅਧਿਆਪਕ ਜੀ ਪੜ੍ਹਦੇ ਹਨ, ਇੱਕ ਗੱਲ ਹੈ ਆਕਰਮਕ, ਪਰ ਅਧਿਆਪਕ ਜੀ ਕੀ ਪੜ੍ਹਦੇ ਹਨ ਤਾਂ ਤੁਹਾਡਾ ਜਵਾਬ ਹੋਵੇਗਾ ਜੀ ਅਖਬਾਰ। ਕੀ ਪੜ੍ਹਦੇ ਹਨ ਜੀ, ਕੀ ਲਾ ਕੇ, ਜਦੋਂ ਮਾਂ ਰੋਟੀਆਂ ਪਕਾਉਂਦੀ ਹੈ, ਮਾਂ ਕੀ ਪਕਾਉਂਦੀ ਹੈ ਜੀ, ਰੋਟੀਆਂ। ਰਵੀ ਖੇਡਦਾ ਹੈ ਤਾਂ ਆਕਰਮਕ ਹੈ, ਰਵੀ ਹਾਕੀ ਖੇਡਦਾ ਹੈ ਸਾਕਰਮਕ ਹੈ। ਉਸੇ ਤਰ੍ਹਾਂ ਹੀ ਲਤਾ ਗਾਉਂਦੀ ਹੈ ਆਕਰਮਕ, ਪਰ ਜੇਕਰ ਅਜੇ ਜੀ ਲਤਾ ਕੀ ਗਾਉਂਦੀ ਹੈ ਤਾਂ ਤੁਸੀਂ ਆਖੋਗੇ ਜੀ ਲਤਾ ਗੀਤ ਗਾਉਂਦੀ ਹੈ। ਰਾਮ ਲਿਖਦਾ ਹੈ ਆਕਰਮਕ ਹੈ, ਪਰ ਰਾਮ ਚਿੱਠੀ ਲਿਖਦਾ ਹੈ, ਇਹ ਸਾਡਾ ਸਾਕਰਮਕ ਹੈ। ਹੁਣ ਇੱਕ ਗੱਲ ਹੋਰ ਸੁਣ ਲਓ, ਆਕਰਮਕ ਦੇ ਸਾਕਰਮਕ ਦੇ ਸਾਡੇ ਮਨ ਦੇ ਵਿੱਚ ਬਹੁਤ ਸਵਾਲ ਹੁੰਦੇ ਨੇ ਕਿ ਇਸ ਤਰ੍ਹਾਂ ਮੰਨ ਲਓ ਕਿ ਬਹੁਤ ਸਾਰੇ ਉਦਾਹਰਨ ਜਿਨ੍ਹਾਂ ਨੂੰ ਵਾਰੀ-ਵਾਰੀ ਵਿਆਕਰਨਾਂ ਦੇ ਵਿੱਚ ਪੁੱਛਿਆ ਜਾਂਦਾ ਹੈ, ਹਿੰਦੀ ਵਿਆਕਰਨਾਂ ਦੇ ਵਿੱਚ ਖਾਸ ਕਰ ਵਾਰ-ਵਾਰ ਆਉਂਦੇ ਨੇ, ਜੋ ਉਹ ਆ ਜਿਹੜੇ ਉਹਨਾਂ ਦੇ ਅਨੁਸਾਰ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਸਾਡੇ, ਅਗਰ ਮੈਂ ਪੰਜਾਬੀ ਦੇ ਵਿਆਕਰਣ ਦੀ ਗੱਲ ਕਰਾਂ ਤਾਂ ਇੱਥੇ ਆਕਰਮਕ ਤੇ ਸਾਕਰਮਕ ਕਿਰਿਆ ਦੀ ਵਰਤੋਂ ਸਾਡੇ ਰੀਟ ਲੈਵਲ ਦੇ ਅਨੁਸਾਰ ਇੱਥੇ ਖਤਮ ਹੋ ਜਾਂਦੀ ਹੈ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ। ਸੋ ਇਹ ਹੈ ਇਹਦਾ ਆਖਰੀ ਲੈਵਲ ਹੈ ਬਸ। ਜਦੋਂ ਆਪਾਂ ਕੀ ਸ਼ਬਦ ਲਾ ਕੇ ਜਦੋਂ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਇੱਕ ਹੋਰ ਵੀ ਪੜ੍ਹਦੇ ਹਾਂ ਦੋ ਕਰਮਕ ਕਿਰਿਆ। ਸੋ ਜਿਸ ਕਿਸੇ ਵਾਕ ਦੇ ਵਿੱਚ ਜਦੋਂ ਦੋ ਕਿਰਿਆਵਾਂ ਹੋਣ ਤਾਂ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਦੋ ਕਰਮਕ ਕਿਰਿਆ। ਜਿਵੇਂ ਕਿ ਆਪਾਂ ਦੋ ਉਦਾਹਰਨਾਂ ਪੜ੍ਹਦੇ ਹੁੰਦੇ ਹਾਂ ਕਿ ਮੋਹਨ ਨੇ ਸੱਪ ਨੂੰ ਸੋਟੀ ਨਾਲ ਮਾਰਿਆ, ਸੋਟੀ ਨਾਲ ਮਾਰਿਆ। ਇਹਦਾ ਵੀ ਆਪਾਂ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਦੋ ਕਰਮਕ ਹੈ, ਇੱਕ ਸੱਪ ਹੈ, ਇੱਕ ਸੋਟੀ ਹੈ। ਇੱਕ ਕੀ ਹੈ ਕਿ ਜਿਵੇਂ ਰਾਮ ਨੇ ਸ਼ਾਮ ਨੂੰ ਚਿੱਠੀ ਲਿਖੀ। ਠੀਕ ਹੈ ਜੀ, ਇਹਨਾਂ ਦੇ ਵਿੱਚ ਸ਼ਾਮ ਅਤੇ ਚਿੱਠੀ ਇਹ ਸਾਡੇ ਦੋ ਕਰਮਕ ਨੇ। ਕਿਵੇਂ ਨੇ? ਜਿਵੇਂ ਕਿ ਮੋਹਨ ਨੇ ਸੱਪ ਨੂੰ ਸੋਟੀ ਨਾਲ ਮਾਰਿਆ। ਆਪਾਂ ਜੇਕਰ ਇਹ ਪ੍ਰਸ਼ਨ ਲਾ ਕੇ ਪੁੱਛਦੇ ਹਾਂ ਕਿ ਮੋਹਨ ਨੇ ਕੀ ਮਾਰਿਆ ਜੀ, ਸੱਪ, ਤੇ ਦੂਸਰਾ ਕਿਸ ਨਾਲ, ਇਹ ਵੀ ਹੁੰਦਾ ਹੈ ਕਿਸ ਨਾਲ ਜਿਹੜਾ ਸ਼ਬਦ ਹੈ ਕਿ ਕਿਸੇ ਚੀਜ਼ ਦੇ ਨਾਲ ਕਿਸੇ ਨੂੰ ਆਪਾਂ ਸਵਾਲ ਕਰੀਏ ਕਿਸ ਨਾਲ ਲਾ ਕੇ ਅੱਗੋਂ ਕੋਈ ਜਵਾਬ ਆਉਂਦਾ ਹੋਵੇ। ਕਿਸ ਨਾਲ ਮਤਲਬ ਕਿਹੜੀ ਚੀਜ਼ ਦੀ ਵਰਤੋਂ ਦੇ ਨਾਲ ਕੰਮ ਹੋਇਆ ਹੋਵੇ, ਕਿਸ ਚੀਜ਼ ਦੀ ਵਰਤੋਂ ਦੇ ਨਾਲ ਅਗਰ ਉਹ ਚੀਜ਼ ਦਾ ਨਾਮ ਦਿੱਤਾ ਹੋਵੇ ਤਾਂ ਉਦੋਂ ਵੀ ਸਾਡਾ ਸਾਕਰਮਕ ਕਿਰਿਆ ਦੇ ਵਿੱਚ ਆਉਂਦਾ ਹੈ। ਹੋਰ ਰਾਮ ਨੇ ਸ਼ਾਮ ਨੂੰ ਚਿੱਠੀ ਲਿਖੀ। ਰਾਮ ਨੇ ਕੀ ਲਿਖਿਆ ਜੀ, ਕੀ ਲਿਖਿਆ, ਤੁਸੀਂ ਕਿਹਾ ਜੀ ਚਿੱਠੀ, ਪਹਿਲਾ ਕਰਮ ਹੋ ਗਿਆ। ਦੂਸਰਾ ਕਿਸ ਨੂੰ, ਇਹ ਵੀ ਆਉਂਦਾ ਹੈ ਕਿ ਕਰਮ ਹੈ ਜਿਹੜਾ ਉਹ ਕਿਸ ਨੂੰ ਸੰਬੋਧਿਤ ਕੀਤਾ ਗਿਆ ਹੈ, ਇਹ ਚੀਜ਼ਾਂ ਆਉਂਦੀਆਂ ਨੇ। ਸੋ ਕੀ, ਕਿਸ ਨਾਲ, ਕਿਸ ਨੂੰ, ਜਦੋਂ ਆਪਾਂ ਇਹ ਚੀਜ਼ਾਂ ਲਾ ਕੇ ਕਿਸੇ ਵਾਕ ਦੇ ਵਿੱਚੋਂ ਜਦੋਂ ਆਪਣੇ ਆਪ ਨੂੰ ਸਵਾਲ ਕਰੀਏ ਤੇ ਅੱਗੋਂ ਜਵਾਬ ਉਸ ਦਾ ਸਹੀ ਸਾਨੂੰ ਮਿਲ ਜਾਵੇ ਉਸੇ ਵਾਕ ਦੇ ਵਿੱਚੋਂ। ਜਿਵੇਂ ਇਹਦੇ ਵਿੱਚੋਂ ਕਿ ਮੋਹਨ ਨੇ ਕੀ ਮਾਰਿਆ ਜੀ, ਸੱਪ, ਕਿਸ ਨਾਲ ਮਾਰਿਆ ਜੀ, ਸੋਟੀ ਨਾਲ। ਇਹ ਦੋਵੇਂ ਹੋ ਗਏ ਸਾਡੇ ਕਰਮ। ਸੋ ਇਹ ਕੀ ਹੈ, ਇਹ ਇੱਕ ਬਸ ਇੱਕ ਛੋਟਾ ਜਿਹਾ ਦਾਇਰਾ ਹੈ ਇਸ ਦਾ, ਆਕਰਮਕ ਤੇ ਸਾਕਰਮਕ ਕਿਰਿਆ। ਉਸ ਤੋਂ ਬਾਅਦ ਇੱਕ ਅਸੀਂ ਅਲੱਗ ਤੋਂ ਪੜ੍ਹਦੇ ਹਾਂ ਦੋ ਕਰਮਕ ਕਿਰਿਆ। ਜਿਸ ਵਾਕ ਦੇ ਵਿੱਚ
ਦੋ ਕਰਮ ਹੋਣ ਉਸ ਨੂੰ ਕਹਿ ਦਿੰਦੇ ਆ ਜੀ ਦੋ ਕਰਮਕ ਕਿਰਿਆ। ਸੋ ਇਹ ਜਿਹੜੇ ਹਨ ਇਹ ਦੋ ਕਰਮਕ ਕਿਰਿਆ ਦੇ ਉਦਾਹਰਨ ਹਨ। ਸੱਪ ਅਤੇ ਸੋਟੀ ਇਹਦੇ ਵਿੱਚ ਦੋ ਕਰਮ ਆਏ ਹਨ। ਸੋ ਥਲੜੇ ਵਾਕ ਦੇ ਵਿੱਚ ਸ਼ਾਮ ਅਤੇ ਚਿੱਠੀ ਇਹ ਵੀ ਸਾਡੇ ਦੋ ਕਰਮ ਹਨ ਜੀ। ਹਾਂਜੀ, ਗੱਲ ਕਰੀਏ ਜੀ ਸਾਡੀ ਦੂਜੇ ਪ੍ਰਕਾਰ ਦੀ ਵੰਡ ਦੀ। ਕਿਰਿਆ ਦੀ ਦੂਜੇ ਪ੍ਰਕਾਰ ਦੀ ਸਾਡੀ ਵੰਡ ਕੁਝ ਇਸ ਤਰ੍ਹਾਂ ਹੈ ਜੀ। ਦੂਜੇ ਪ੍ਰਕਾਰ ਦੀ ਵੰਡ ਵਿੱਚ ਆਪਾਂ ਕਿਰਿਆ ਨੂੰ ਤਿੰਨ ਪ੍ਰਕਾਰ ਨਾਲ ਪੜ੍ਹਦੇ ਹਾਂ, ਤਿੰਨ ਤਰ੍ਹਾਂ ਦੇ ਨਾਲ ਪੜ੍ਹਦੇ ਹਾਂ। ਸਧਾਰਨ, ਪ੍ਰੇਰਨਾਰਥਕ ਤੇ ਦੋਹਰੀ ਪ੍ਰੇਰਨਾਰਥਕ ਕਿਰਿਆ ਜਿਸ ਨੂੰ ਕਹਿ ਦਿੰਦੇ ਹਾਂ। ਸੋ ਸਭ ਤੋਂ ਪਹਿਲਾਂ ਕੀ ਹੈ, ਸਧਾਰਨ ਕਿਰਿਆ ਹੈ। ਉਹ ਕਿਰਿਆ ਹੈ ਜਿਸ ਦੇ ਵਿੱਚ ਜਿਹੜਾ ਕਰਤਾ ਹੈ ਉਹ ਆਪ ਕੰਮ ਕਰੇ। ਮਤਲਬ ਸਿੱਧੇ ਅਰਥਾਂ ਦੇ ਵਿੱਚ, ਸਿੱਧੇ ਸ਼ਬਦਾਂ ਦੇ ਵਿੱਚ ਇਹਦਾ ਅਰਥ ਇਹ ਹੈ, ਸਧਾਰਨ ਕਿਰਿਆ ਦੇ ਵਿੱਚ ਕਿਰਿਆ ਕਰਨ ਵਾਲਾ ਕਰਤਾ ਆਪ ਹੋਣਾ ਚਾਹੀਦਾ ਹੈ। ਉਹਨੂੰ ਆਪਾਂ ਕਹਿ ਦਿੰਦੇ ਹਾਂ ਸਧਾਰਨ ਕਿਰਿਆ। ਆਪਾਂ ਪਿੱਛੇ ਜਿੰਨੇ ਵੀ ਉਦਾਹਰਨ ਪੜ੍ਹੇ ਨੇ ਨਾ ਉਹ ਸਾਰੇ ਕੀ ਹਨ, ਸਧਾਰਨ ਕਿਰਿਆ ਦੇ ਹਨ। ਉਸ ਤੋਂ ਬਾਅਦ ਜਿਵੇਂ ਕਿ ਮੋਹਨ ਨੂੰ ਗੁੱਸਾ ਚੜ੍ਹਿਆ, ਸੋ ਮਤਲਬ ਕੀ ਹੈ ਕਿ ਕਿਰਿਆ ਜੋ ਗੁੱਸਾ ਚੜ੍ਹਿਆ ਹੈ ਉਹ ਕਿਸ ਨੂੰ, ਮੋਹਨ ਨੂੰ। ਉਹ ਕਿਤਾਬ ਲਿਖਦਾ ਹੈ, ਲਿਖਣ ਵਾਲਾ ਕੌਣ ਹੈ ਜੀ, ਸਬਜੈਕਟ ਕਰਤਾ ਆਪ ਹੈ। ਸਕੂਲ ਵੱਲ ਚੱਲ ਪਏ, ਸਕੂਲ ਵੱਲ ਜਾਣ ਵਾਲੇ ਕੌਣ ਹਨ ਜੀ, ਕਰਤਾ ਆਪ ਹੈ ਜੀ। ਸੋ ਇਹਨੂੰ ਕਿਹਾ ਜਾਂਦਾ ਹੈ ਸਧਾਰਨ ਕਿਰਿਆ। ਪ੍ਰੇਰਨਾਰਥਕ ਕਿਰਿਆ ਉਹ ਹੈ ਕਿ ਜਦੋਂ ਵਾਕ ਦੇ ਵਿੱਚ ਕਰਤਾ ਆਪ ਨਾ ਕੰਮ ਕਰੇ, ਕਿਸੇ ਹੋਰ ਕੋਲੋਂ ਕਰਵਾਵੇ, ਉਹਨੂੰ ਕਹਿ ਦਿੰਦੇ ਆਪਾਂ ਪ੍ਰੇਰਨਾਰਥਕ ਕਿਰਿਆ। ਭਾਵ ਜਿਸ ਵਾਕ ਦੇ ਵਿੱਚ ਕੋਈ ਦੂਜਾ ਬੰਦਾ ਕੰਮ ਕਰੇ ਜਾਂ ਕਿਰਿਆ ਕਿਸੇ ਹੋਰ ਕੋਲੋਂ ਕਰਵਾਈ ਜਾਵੇ। ਉਹਦੇ ਵਿੱਚ ਕੀ ਹੈ, ਦੇਖੋ ਉਦਾਹਰਣ, ਅਧਿਆਪਕ ਬੱਚਿਆਂ ਕੋਲੋਂ ਲਿਖਤ ਅਭਿਆਸ ਕਰਾਉਂਦਾ ਹੈ ਜਾਂ ਕਰਵਾਉਂਦਾ ਹੈ। ਸੋ ਅਧਿਆਪਕ ਆ ਜਿਹੜਾ ਅਭਿਆਸ ਆਪ ਨਹੀਂ ਕਰ ਰਿਹਾ, ਦੂਜੇ ਬੰਦੇ ਕੋਲੋਂ ਕਰਵਾ ਰਿਹਾ ਹੈ, ਬੱਚਿਆਂ ਕੋਲੋਂ। ਇਹਨੂੰ ਕਿਹਾ ਜਾਂਦਾ ਹੈ ਪ੍ਰੇਰਨਾਰਥਕ। ਦੂਸਰਾ ਉਦਾਹਰਣ, ਮੈਂ ਇਹ ਕੰਮ ਕਾਰੀਗਰ ਤੋਂ ਕਰਾਇਆ ਜਾਂ ਕਰਵਾਇਆ। ਸੋ ਇਹਦੇ ਵਿੱਚ ਕੀ ਹੈ, ਕੰਮ ਕਰਨ ਵਾਲਾ ਮੈਂ, ਸਬਜੈਕਟ ਆਪ ਨਹੀਂ ਹੈ। ਕੰਮ ਕਰਨ ਵਾਲਾ ਕੌਣ ਹੈ ਜੀ, ਕੋਈ ਦੂਜਾ ਪਰਸਨ ਹੈ, ਕਾਰੀਗਰ। ਇੱਕ ਹੋਰ ਉਦਾਹਰਣ ਹੈ, ਉਹ ਰਾਮ ਕੋਲੋਂ ਚਿੱਠੀ ਪੜਵਾਉਂਦਾ ਹੈ। ਸੋ ਇਹਦੇ ਵਿੱਚ ਕੀ ਹੈ ਕਿ ਮਤਲਬ ਕੀ ਹੈ, ਉਹ ਜੋ ਸਬਜੈਕਟ ਦਾ, ਜੋ ਇਸ ਵਾਕ ਦਾ ਕਰਤਾ ਹੈ, ਸਬਜੈਕਟ ਹੈ, ਉਹ ਆਪ ਚਿੱਠੀ ਪੜ੍ਹਨ ਦਾ ਕੰਮ ਨਹੀਂ ਕਰ ਰਿਹਾ, ਕਿਸ ਕੋਲੋਂ ਕਰਵਾ ਰਿਹਾ ਹੈ, ਆਰਾਮ ਕੋਲੋਂ। ਸੋ ਇਹਨੂੰ ਕਿਹਾ ਜਾਂਦਾ ਹੈ ਜੀ ਪ੍ਰੇਰਨਾਰਥਕ ਕਿਰਿਆ। ਦੋਹਰੀ ਪ੍ਰੇਰਨਾਰਥਕ ਦਾ ਇਦੋਂ ਵੀ ਕੰਮ ਗਾ ਹੈ। ਮਤਲਬ ਕੀ ਹੈ, ਦੋਹਰੀ ਪ੍ਰੇਰਨਾਰਥਕ ਕਿਰਿਆ ਦੇ ਵਿੱਚ ਵਾਕ ਦੇ ਵਿੱਚ ਨਾ ਤਾਂ ਕਰਤਾ ਕੰਮ ਕਰੇ, ਨਾ ਕਰਤਾ ਕਿਸੇ ਤੋਂ ਕਰਾਵੇ, ਸਗੋਂ ਤੀਜੇ ਬੰਦੇ ਤੋਂ ਕਰਾਵੇ। ਉਹਨੂੰ ਕਿਹਾ ਜਾਂਦਾ ਹੈ ਦੋਹਰੀ ਪ੍ਰੇਰਨਾਰਥਕ ਕਿਰਿਆ। ਦੋਹਰੀ ਪ੍ਰੇਰਨਾਰਥਕ ਕਿਰਿਆ ਜਿਸ ਦੇ ਵਿੱਚ ਕੋਈ ਤੀਜਾ ਬੰਦਾ ਕੰਮ ਕਰੇ। ਜਦੋਂ ਕਿਸੇ ਵਾਕ ਦੇ ਵਿੱਚ ਕਿਰਿਆ ਦੇ ਜੋ ਕੰਮ ਕਰਨ ਦਾ ਜੋ ਪ੍ਰਭਾਵ ਹੈ ਕਿਸੇ ਤੀਜੇ ਬੰਦੇ ਤੇ ਪਵੇ। ਦੇਖੋ ਉਦਾਹਰਣ, ਪਿਤਾ ਜੀ ਨੇ ਮੈਨੂੰ ਦਰਜੀ ਕੋਲੋਂ ਸੂਟ ਸਿਲਵਾ ਕੇ ਦਿੱਤਾ। ਸੋ ਸੂਟ ਜਿਸ ਨੂੰ ਸਮਾ ਕੇ ਦਿੱਤਾ ਸੀਗਾ ਉਹ ਸੀਗਾ ਕਰਤਾ ਇੱਕ। 2 ਨੰਬਰ 'ਤੇ ਸਮਾਉਣ ਵਾਲਾ ਕੌਣ ਸੀਗਾ, ਉਹ ਸੀ ਪਿਤਾ ਜੀ, ਦੂਜਾ ਬੰਦਾ। ਤੇ ਸੀਣ ਵਾਲਾ ਕੌਣ ਸੀ, ਦਰਜੀ। ਸੋ ਇੱਥੇ ਕੀ ਹੈ, ਸੂਟ ਸਿਲਵਾ ਕੇ ਦਿੱਤਾ ਦਾ ਮਤਲਬ ਜਿਹੜਾ ਸੀਣ ਦਾ ਕੰਮ ਸੀ, ਜਿਹੜਾ ਸਿਲਾਈ ਵਾਲਾ ਕੰਮ ਸੀ, ਉਹ ਦਰਜੀ ਨੇ ਕੀਤਾ ਹੈ। ਸੋ ਇਹਨੂੰ ਕਿਹਾ ਜਾਂਦਾ ਹੈ ਸਾਡੀ ਦੋਹਰੀ ਪ੍ਰੇਰਨਾਰਥਕ ਕਿਰਿਆ। ਇਹ ਹੈ ਜੀ ਸਾਡੇ ਇੱਕ ਸਾਡੀ ਸਧਾਰਨ ਹੈ, ਪ੍ਰੇਰਨਾਰਥਕ ਹੈ ਤੇ ਦੋਹਰੀ ਪ੍ਰੇਰਨਾਰਥਕ ਹੈ। ਇਸ ਦੇ ਵਿੱਚ ਕੁਝ ਉਦਾਹਰਣ ਆਪਾਂ ਦੇਖਦੇ ਹਾਂ ਜੀ। ਕਿਹੜੇ ਕਿਹੜੇ ਉਦਾਹਰਣ ਨੇ ਸਾਡੇ, ਕਿ ਜਿਵੇਂ ਆਪਾਂ ਕੁਝ ਇੱਕ ਕਿਰਿਆਵਾਂ ਨੂੰ ਪ੍ਰੇਰਨਾਰਥਕ ਤੇ ਦੋਹਰੀ ਪ੍ਰੇਰਨਾਰਥਕ ਰੂਪ ਵਿੱਚ ਲਿਖ ਲੈਂਦੇ ਹਾਂ, ਬਸ ਕਿਤੇ ਕੰਮ ਆਉਣਗੀਆਂ। ਸੋ ਇਹਦੇ ਵਿੱਚ ਕੀ ਹੈ, ਇੱਕ ਤਾਂ ਸਧਾਰਨ ਰੂਪ ਦੇ ਵਿੱਚ ਕਿਰਿਆ ਲਿਖ ਲੈਂਦੇ ਹਾਂ, ਫਿਰ ਅੱਗੇ ਕਿਰਿਆ ਦਾ ਪ੍ਰੇਰਨਾਰਥਕ ਰੂਪ ਕੀ ਬਣਦਾ ਹੈ ਉਹ ਲਿਖ ਲੈਂਦੇ ਹਾਂ, ਤੇ ਉਸ ਤੋਂ ਬਾਅਦ ਆਪਾਂ ਲਿਖ ਲੈਂਦੇ ਹਾਂ ਜੀ ਦੋਹਰੀ ਪ੍ਰੇਰਨਾਰਥਕ। ਸਾਡੀ ਦੋਹਰੀ ਪ੍ਰੇਰਨਾਰਥਕ ਇਹ ਹੈ ਜੀ ਸਾਡੇ 3 ਪ੍ਰਕਾਰ ਦੀ, ਜੋ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਉਹਨਾਂ ਦੇ ਵਿੱਚੋਂ ਆਪਾਂ ਗੱਲ ਕਰਦੇ ਹਾਂ। ਪਹਿਲੀ ਸਧਾਰਨ ਮੰਨ ਲਓ ਹੈਗੀ ਹੈ ਲਿਖਣਾ। ਇਹ ਕਿਰਿਆ ਦਾ ਹੈ ਜੀ ਸਧਾਰਨ ਰੂਪ ਹੈ ਸਾਡੀ ਦਾ, ਲਿਖਣਾ। ਪ੍ਰੇਰਨਾਰਥਕ ਰੂਪ ਦੇ ਵਿੱਚ ਆਪਾਂ ਇਹਨੂੰ ਲਿਖ ਸਕਦੇ ਹਾਂ ਲਿਖਾਉਣਾ। ਦੋਹਰੀ ਪ੍ਰੇਰਨਾਰਥਕ ਦੇ ਵਿੱਚ ਇਹ ਹੋ ਜਾਏਗਾ ਲਿਖਵਾਉਣਾ। ਇਸ ਤਰ੍ਹਾਂ ਕਰਕੇ ਹੋਰ ਆਪਾਂ ਗੱਲ ਕਰਦੇ ਹਾਂ। ਲਿਖਣਾ ਦੀ ਗੱਲ ਕਰ ਲਈ ਹੈ ਜੀ, ਜਿਵੇਂ ਮੰਨ ਲਓ ਪੜ੍ਹਨਾ ਹੈ, ਪੜ੍ਹਨਾ।
ਪੜ੍ਹਨਾ ਤੋਂ ਸਾਡੀ ਪ੍ਰੇਰਨਾਰਥਕ ਕੀ ਬਣੇਗੀ? ਪੜ੍ਹਾਉਣਾ। दूसरी साडी दोहरी प्रेरणार्थक बनेगी पढ़वाउणा। ये भी तुसी खास करके ध्यान दे विच रखियो। पढ़ाउणा जिहड़ा मान लो आ जाता कई बारी कि अध्यापक पढ़ाउंदा है, सो उहदे विच किरिया करन वाला अध्यापक सबजैक्ट आप है। सो पढ़ाउणा दा मतलब की है कि तुहानूं इस वाक दे विचों सेंस होना चाहिए है। सो ये की है, ये तो सिर्फ एक मात्र मैं एक सेंस वास्ते ये दस रहा तुहानूं कि जदों एक किसी चीज़ का मान लो आपां नूं बोध करना होवे, आपां सधारण प्रेरणार्थक ते दोहरी प्रेरणार्थक दा उहदे वास्ते कुछ क्रियावां दे रूप जो बनते हैं साडे सामने, मैं सिर्फ उन्हां नूं लिख रहा है लिखती रूप दे विच। उस तो बाद जिवें करना है ना, करना तो प्रेरणार्थक बनदा कराउणा, दोहरी प्रेरणार्थक बनता साडा करवाउणा। होर आपां गल करते हैं जी सिखना, जिवें कि सिखना साडा किरिया दा सधारण रूप है, प्रेरणार्थक रूप होएगा जी सिखाउणा ते दोहरी प्रेरणार्थक होगा सिखवाउणा। ये है जी साडा होर, जिवें कि तोड़ना, तोड़ना तो बनेगा साडा तोड़ाउणा। तो जा कोलों आपां ला के शब्द जदों बनाउने आ है ना कि राम ने विद्यार्थी तो चिट्ठी पढ़ाई जा पढ़वाई, जा दूसरे शब्दां दे विच राम ने विद्यार्थी कोलों चिट्ठी पढ़वाई है ना, तो जा कोलों ला के उदों आपां गल करदे आ इन्हां दी है ना। जदों प्रेरणार्थक रूप दे विच पिछे उदाहरण दे विच तुसीं देख लिओ, जदों आपां तो जा कोलों शब्द लगा हुंदा है उदों आपां नूं प्रेरणार्थक ते दोहरी प्रेरणार्थक दा सेंस लगदा है। तोड़ना तो तोड़ाउणा, उस तो बाद तोड़वाउणा। होर आपां उदाहरण गल करिए, जिवें कि जड़ना हो गया साडा, ये भी साडा सधारण रूप है जड़ना। जड़ना तो बन जाएगा साडा जड़ाउणा ते उस तो बाद जड़वाउणा। सो ये सधारण जे रूप हैं, इसके सधारण रूप हैं ये। उस तो बाद प्रेरणार्थक ते उस तो बाद जो दोहरी प्रेरणार्थक रूप दे विच जो क्रिया रूपां नूं वरतिया जाता है, उन्हां दी एक छोटी जी लिस्ट है जी तुहाडे सामने। लो जी आपां गल करिए जी तीजे प्रकार की वंड दी। क्रिया की जो साडी तीजे प्रकार की वंड है उहदे विच की है, एक तो हुंदी है जी इकहरी क्रिया ते एक हुंदी है जी साडी संयुक्त क्रिया। इकहरी क्रिया दे विच की है कि जदों इक्को ही मूल शब्द अपने आप दे विच क्रिया होवे, क्रिया का इक्को ही शब्द होवे ते बस उही एक क्रिया होवे पूरे वाक दे विच, मतलब इक्को ही क्रिया होवे, उदों आपां उहनूं कह दिंदे हां इकहरी क्रिया। जो साडे मूल धातु हैं वो इकहरी क्रिया दे विच आउंदे हन, जो साडे लगभग मूल धातु जो हैं इकहरी क्रिया रूप विच भी वरते जाते हैं। मूल धातु जिहड़े मैं तुहानूं लिखाए है लिख, पढ़, खा, पी, सौ, जा, आ, सुण, बोल, ये जिहड़े हैं ये साडे हैं, ये साडे मूल धातु हैं, मूल क्रिया हैं है ना। सो इन्हां तो अगे ही क्रिया रूप बने हैं, लिख तो लिखना, लिखदा, लिखाउंदा, लिखवाउंदा, लिखिया है ना, वही शब्द हैं ये जो साडे बने हैं। ये साडे क्रिया रूप किवें बने हैं? मूल धातु तो। सो मूल धातु भी अपने आप दे विच क्रिया रूप दे विच किवें, आ देखो एक उदाहरण है, ये साडा बलजीत सेब खा। सो खा शब्द है जिहड़ा अपने आप दे विच मूल क्रिया है ना, एक मूल धातु है। उस तो बाद की है कि इकहरी क्रिया की भी इत्थे एक तरह के इकहरी क्रिया के रूप में भी इसनूं वरतिया जा रहा है। दूसरे शब्दों के विच एक होर उदाहरण है तू किताब पढ़ है ना। सो आपां पढ़ तो ही बनाउने आ, पढ़ना, पढ़दा, ये साडे हैं ये क्रिया के दूसरे रूप हैं। पढ़ अपने आप दे विच मूल धातु भी सी, इत्थे की है एक वाक दे विच आ गया ते इहदा जिहड़ा सो इस ये जिहड़ा मूल धातु का कारज काम की हो गया, इकहरी क्रिया के रूप विच हो गया। तू किताब पढ़, बलजीत सेब खा, मैं पुस्तक पढ़ी। सो इत्थे पढ़ी, खा, पढ़, ये एक एक ही मतलब क्रिया रूप हैं, इको ही क्रिया आ रही है,
ਇੱਕੋ ਹੀ ਮੂਲ ਕਿਰਿਆ ਹੈ, ਇੱਕੋ ਹੀ ਮੂਲ ਸ਼ਬਦ ਹੈ। ਇਸੇ ਕਰਕੇ ਇਸ ਨੂੰ ਕਿਹਾ ਜਾਂਦਾ ਹੈ ਇਕਹਿਰੀ ਕਿਰਿਆ। ਹੁਣ ਗੱਲ ਕਰਦੇ ਹਾਂ ਜੀ ਸੰਯੁਕਤ ਕਿਰਿਆ ਦੀ। ਹੁਣ ਇਹਦੇ ਵਿੱਚ ਕੀ ਹੋਵੇਗਾ, ਜਦੋਂ ਇੱਕ ਤੋਂ ਵੱਧ ਕਿਰਿਆ ਦੇ ਸ਼ਬਦ ਇਕੱਠੇ ਹੋ ਜਾਣ। ਉਹ ਕੀ ਹੈ ਸਾਡੇ, ਕਿਵੇਂ? ਉਦਾਹਰਨ ਦੇਖੋ, ਘਰ ਆਉਣ ਤੋਂ ਪਹਿਲਾਂ ਘੰਟੀ ਵਜਾ ਦਿਆ ਕਰ। ਸੋ ਇੱਥੇ ਕਿਰਿਆ ਦੇ ਰੂਪ ਇੱਕ, ਵਜਾ, ਦਿਆ ਤੇ ਕਰ, 3 ਆ ਗਈਆਂ ਜੀ ਸਾਡੀਆਂ ਕਿਰਿਆਵਾਂ। ਉਸ ਤੋਂ ਬਾਅਦ ਜਿਵੇਂ ਮੈਂ ਰੋਜ਼ ਖੇਡਿਆ ਕਰਾਂਗਾ, ਸੋ ਖੇਡਣਾ ਵੀ, ਖੇਡਿਆ ਜਿਹੜਾ ਇਹ ਵੀ ਹੈਗੀ ਕਿਰਿਆ, ਤੇ ਕਰਾਂਗਾ ਵੀ ਸਾਡੀ ਕਿਰਿਆ। ਜਲੰਧਰ ਕਈ ਕਿਲੋਮੀਟਰ ਫੈਲਿਆ, ਫੈਲ ਤੋਂ ਫੈਲਿਆ, ਫੈਲਣਾ, ਹੋਇਆ ਹੈ, ਇਹ 3 ਆ ਗਈਆਂ ਸਾਡੀਆਂ। ਸੋ 3 3 2 2 3 3 4 4 ਜਦੋਂ ਇਕੱਠੀਆਂ ਕਿਰਿਆਵਾਂ ਸੰਯੁਕਤ ਰੂਪ ਦੇ ਵਿੱਚ ਆਉਂਦੀਆਂ ਹਨ, ਇਕੱਠੇ ਰੂਪ ਦੇ ਵਿੱਚ ਆਉਂਦੀਆਂ ਹਨ, ਤਾਂ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਸੰਯੁਕਤ ਕਿਰਿਆ। ਉਹ ਪੜ੍ਹਦਾ ਰਹਿੰਦਾ ਹੁੰਦਾ ਸੀ, ਪੜ੍ਹਦਾ ਰਹਿੰਦਾ ਹੁੰਦਾ ਸੀ। ਸੋ ਇਹ ਵਾਕ ਹੈ ਜਿਹੜਾ, ਇਸ ਦੇ ਵਿੱਚ ਦੇਖ ਲਓ 4 ਤਰ੍ਹਾਂ ਦੀ ਜੋ ਚਾਰ ਕਿਰਿਆਵਾਂ ਆ ਗਈਆਂ ਇਕੱਠੀਆਂ। ਸੋ ਜਦੋਂ 3 3 4 4 ਇਸ ਤਰ੍ਹਾਂ ਕਰਕੇ ਕਿਰਿਆਵਾਂ ਇਕੱਠੀਆਂ ਆਉਣ, ਇੱਕ ਤੋਂ ਵੱਧ ਆਉਣ ਕਿਰਿਆ ਰੂਪ, ਜਦੋਂ ਇੱਕ ਵਾਕ ਦੇ ਵਿੱਚ ਹੋਣ, ਤਾਂ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਜੀ ਸਾਡੀ ਸੰਯੁਕਤ ਕਿਰਿਆ। ਹਾਂਜੀ, ਗੱਲ ਕਰਦੇ ਹਾਂ ਜੀ ਆਪਣੀ ਚੌਥੀ ਅਤੇ ਆਖਰੀ ਪ੍ਰਕਾਰ ਦੀ ਜਿਹੜੀ ਵੰਡ ਹੈ, ਉਸ ਦੇ ਵਿੱਚ ਕੀ ਹੈ ਕਿ ਕਿਰਿਆ ਨੂੰ 2 ਤਰੀਕੇ ਨਾਲ ਵੰਡਿਆ ਗਿਆ ਹੈ। ਇੱਕ ਮੂਲ ਕਿਰਿਆ ਤੇ ਇੱਕ ਹੈ ਸਾਡੀ ਸਹਾਇਕ ਕਿਰਿਆ। ਜਿਵੇਂ ਕਿ ਆਪਾਂ ਗੱਲ ਕੀਤੀ ਜੀ ਸੰਯੁਕਤ ਕਿਰਿਆ ਦੀ, ਹੈ ਨਾ। ਸੰਯੁਕਤ ਕਿਰਿਆ ਦੇ ਵਿੱਚ ਜਦੋਂ 2 2 3 3 ਇਕੱਠੇ ਕਿਰਿਆ ਰੂਪ ਆ ਜਾਂਦੇ ਹਨ, ਤਾਂ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਸੰਯੁਕਤ ਕਿਰਿਆ। ਹੁਣ ਸੰਯੁਕਤ ਕਿਰਿਆ ਸਾਡੇ ਸਾਹਮਣੇ ਹੈ। ਸੰਯੁਕਤ ਕਿਰਿਆ ਦੇ ਵਿੱਚੋਂ ਅੱਗੇ ਕਿਰਿਆ ਛਾਂਟਣੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਮੂਲ ਕਿਰਿਆ ਹੋਵੇਗੀ, ਬਾਕੀ ਸਹਾਇਕ ਕਿਰਿਆਵਾਂ ਹੋਣਗੀਆਂ। ਉਹਨੂੰ ਕਿਹਾ ਜਾਂਦਾ ਹੈ ਜੀ ਮੂਲ ਕਿਰਿਆ ਤੇ ਸਹਾਇਕ ਕਿਰਿਆ। ਸੋ ਮੂਲ ਕਿਰਿਆ ਦਾ ਮਤਲਬ ਹੈ ਕਿ ਕਿਰਿਆ ਦੇ ਰੂਪ ਜਿੰਨੇ ਵੀ ਹੋਣ ਇੱਕ ਵਾਕ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਮੁੱਖ ਕਿਰਿਆ ਲੱਭਣੀ, ਉਹਨੂੰ ਉਸ ਮੁੱਖ ਕਿਰਿਆ ਨੂੰ ਕਿਹਾ ਜਾਂਦਾ ਹੈ ਜੀ ਸਾਡੀ ਮੂਲ ਕਿਰਿਆ। ਦੂਸਰੇ ਸ਼ਬਦਾਂ ਦੇ ਵਿੱਚ ਸਹਾਇਕ ਕਿਰਿਆ ਸਾਡੀ ਕੀ ਹੈ ਕਿ ਜੋ ਮੂਲ ਕਿਰਿਆ ਦੇ ਨਾਲ ਦੂਸਰੀਆਂ ਜੋ ਦੂਜੀਆਂ ਸਾਡੀਆਂ ਜਿਹੜੀਆਂ ਹਨ ਕਿਰਿਆ ਰੂਪ ਜੋ ਕੰਮ ਕਰ ਰਹੇ ਹਨ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਸਹਾਇਕ ਕਿਰਿਆ। ਉਦਾਹਰਣ ਕੁਝ ਦੇਖਦੇ ਹਾਂ ਆਪਾਂ। ਉਹ 10ਵੀਂ ਸ਼੍ਰੇਣੀ ਵਿੱਚ ਪੜ੍ਹਦਾ ਹੁੰਦਾ ਸੀ। ਸੋ ਇਹਦੇ ਵਿੱਚ ਪੜ੍ਹਦਾ ਹੁੰਦਾ ਸੀ 3 ਕਿਰਿਆ ਰੂਪ ਹਨ। ਇਹਨਾਂ ਦੇ ਵਿੱਚੋਂ ਜਿਹੜਾ ਪੜ੍ਹਦਾ ਹੈ ਇਹ ਸਾਡੀ ਹੈ ਜੀ ਮੂਲ ਕਿਰਿਆ। ਸਾਡੀ ਮੂਲ ਕਿਰਿਆ ਹੈ ਪੜ੍ਹਦਾ। ਹੁੰਦਾ ਤੇ ਸੀ ਇਹ ਸਾਡੀ ਸਹਾਇਕ ਕਿਰਿਆ ਦੇ ਰੂਪ ਵਿੱਚ ਆਏ ਹਨ। ਉਸੇ ਪ੍ਰਕਾਰ ਦੇ ਨਾਲ ਇਹ ਪਾਠ ਕੱਲ੍ਹ ਪੜ੍ਹਿਆ ਸੀ। ਸੋ ਇਹਦੇ ਵਿੱਚ ਪੜ੍ਹਿਆ ਤੇ ਸੀ 2 ਆ ਗਏ, ਇਹ ਸਾਡੀ ਮੂਲ ਹੈ, ਇਹ ਸਾਡੀ ਸਹਾਇਕ ਕਿਰਿਆ ਹੈ। ਇਹ ਮੇਰਾ ਭਰਾ ਹੈ। ਸੋ ਇਹਦੇ ਵਿੱਚ ਸਹਾਇਕ ਕਿਰਿਆ ਇੱਕ ਮੂਲ ਕਿਰਿਆ ਦਾ ਕੰਮ ਕਰ ਰਹੀ ਹੈ, ਕਿਉਂਕਿ ਜਦੋਂ ਇੱਕ ਵਾਕ ਦੇ ਵਿੱਚ ਇੱਕ ਕਿਰਿਆ ਹੋਵੇਗੀ ਤਾਂ ਉਹ ਮੂਲ ਕਿਰਿਆ ਦਾ ਕੰਮ ਕਰਦੀ ਹੈ ਜੀ। ਉਸ ਤੋਂ ਬਾਅਦ ਜਿਵੇਂ ਕੁਲਵਿੰਦਰ ਨੇ ਕਿਤਾਬ ਪੜ੍ਹੀ। ਸੋ ਇੱਥੇ ਕੀ ਹੈ ਕਿ ਇੱਕੋ ਹੀ ਹੈ ਸਾਡੀ ਕਿਰਿਆ। ਸੋ ਇਹ ਸਾਡੀ ਮੂਲ ਕਿਰਿਆ ਦੇ ਰੂਪ ਵਿੱਚ ਹੈ। ਮੀਂਹ ਪੈਂਦਾ ਹੈ। ਸੋ ਪੈਂਦਾ ਅਤੇ ਹੈ 2 ਹਨ ਜੀ ਸਾਡੇ ਕਿਰਿਆ ਰੂਪ ਹਨ। ਪੈ ਤੋਂ ਬਣਿਆ ਹੈ ਜੀ ਪੈਣਾ, ਪੁੱਟ, ਹੈ ਨਾ, ਉਹਨੂੰ ਕਹਿ ਦਿੰਦੇ ਆਪਾਂ ਪੈਂਦਾ। ਸੋ ਮੀਂਹ ਪੈਂਦਾ ਹੈ ਦੇ ਵਿੱਚ ਪੈਂਦਾ ਹੈ ਜਿਹੜਾ ਸਾਡੀ ਉਹ ਮੂਲ ਕਿਰਿਆ ਹੈ, ਜਿਹੜਾ ਪੈਂਦਾ ਸ਼ਬਦ ਹੈ, ਅਤੇ ਜੋ ਹੈ ਇਹ ਸਾਡੀ ਹੈਗੀ ਹੈ ਜੀ ਸਹਾਇਕ ਕਿਰਿਆ। ਉਸ ਤੋਂ ਬਾਅਦ ਸਕੂਲ ਲੱਗ ਗਿਆ। ਲੱਗ ਤੇ ਗਿਆ 2 ਕਿਰਿਆਵਾਂ ਹਨ ਜੀ। ਦੋਨਾਂ ਦੇ ਵਿੱਚੋਂ ਜਿਹੜਾ ਲੱਗ ਸ਼ਬਦ ਹੈ ਉਹ ਸਾਡੀ ਮੂਲ ਕਿਰਿਆ ਹੈ, ਤੇ ਗਿਆ ਹੈ ਜੋ ਸਾਡੀ ਉਹ ਸਹਾਇਕ ਕਿਰਿਆ ਹੈ। ਇਹ ਜੋ ਅਸੀਂ ਪੜ੍ਹਿਆ ਹੈ ਆਕਰਮਕ, ਸਕਰਮਕ, ਪ੍ਰੇਰਨਾਰਥਕ, ਦੋਹਰੀ ਪ੍ਰੇਰਨਾਰਥਕ, ਇਕਹਿਰੀ, ਸੰਯੁਕਤ, ਮੂਲ, ਸਹਾਇਕ, ਇਹ ਕਿਰਿਆਵਾਂ ਪੜ੍ਹਨ ਦਾ ਸਾਨੂੰ ਫਾਇਦਾ ਕੀ ਹੈ ਕਿ ਜਦੋਂ ਕਿਰਿਆ ਦੇ ਵਿੱਚੋਂ ਕਈ ਵਾਰੀ ਪ੍ਰਸ਼ਨ ਪੁੱਛਿਆ ਜਾਂਦਾ ਹੈ, ਮੰਨ ਲਓ ਉਸਨੇ ਕੋਈ ਕਿਰਿਆ ਰੂਪ ਪੁੱਛਣਾ ਹੋਵੇ ਕਿ ਇਹ ਕਿਰਿਆ ਰੂਪ ਹੈ ਜਿਹੜਾ ਇਹ ਕਿਹੜੀ ਕਿਰਿਆ ਦਾ ਹੈ, ਉਸ ਤੋਂ ਬਾਅਦ ਉਹ ਉਦਾਹਰਣ ਜਿਹੜੇ ਸਾਡੇ 4 ਜੋ ਸਾਡੇ ਆਪਸ਼ਨ ਨੇ ਉਹਨਾਂ ਦੇ ਵਿੱਚੋਂ ਆਹ ਹੀ ਆਪਸ਼ਨ ਉਹਨੇ ਪਾਉਣੇ ਹੁੰਦੇ ਆ। ਸਹਾਇਕ ਕਿਰਿਆ, ਮੂਲ ਕਿਰਿਆ, ਇਕਹਿਰੀ ਕਿਰਿਆ, ਸੰਯੁਕਤ ਕਿਰਿਆ ਜਾਂ ਆਕਰਮਕ ਜਾਂ ਸਾਕਰਮਕ। ਅਗਰ ਆਪਾਂ ਨੂੰ ਇਹਨਾਂ ਦੀ ਪਰਿਭਾਸ਼ਾ ਤੇ ਕੋਈ ਇੱਕ ਦਾ ਐਗਜ਼ਾਮਪਲ ਮੰਨ ਲਓ ਆਪਾਂ ਨੂੰ ਪਤਾ ਹੋਵੇ, ਮੋਸਟ ਆਫ ਅਗਰ ਆਪਾਂ ਇਹਨਾਂ ਨੂੰ ਜਾਣਦੇ ਹਾਂ ਇਹਨਾਂ ਕਿਰਿਆਵਾਂ ਬਾਰੇ, ਤਾਂ ਸਾਨੂੰ ਹੋਰ ਕੋਈ ਦਿੱਕਤ ਨਹੀਂ। ਬਸ ਉਹ ਜਿਹੜਾ ਪ੍ਰਸ਼ਨ ਕਰਨ ਦੇ ਵਿੱਚ, ਉਹਨੂੰ ਸੋਲਵ ਕਰਨ ਦੇ ਵਿੱਚ ਸਾਨੂੰ ਥੋੜ੍ਹੀ ਜਿਹੀ ਸੌਖਾ ਹੋ ਜਾਂਦਾ ਸਾਡਾ ਕੰਮ।
ਹੋਰ ਕੋਈ ਗੱਲ ਨਹੀਂ। ਇਸੇ ਕਰਕੇ ਇਹਨਾਂ ਦੀ ਜਿਹੜੀ ਖਾਸ ਕਰਕੇ ਆਪਾਂ ਪਰਿਭਾਸ਼ਾਵਾਂ ਤੋਂ ਜੋ ਇੱਕ ਇੱਕ ਦੋ ਦੋ ਐਗਜ਼ਾਮਪਲ ਨੇ, ਇਹ ਅਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੇ ਆ। ਅਗਲੀ ਜਮਾਤ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਕਿਰਿਆ ਤੋਂ ਬਾਅਦ ਆਪਾਂ ਜਿਨ੍ਹਾਂ ਨੂੰ ਪੜ੍ਹਦੇ ਆ ਕਿਰਿਆ ਵਿਸ਼ੇਸ਼ਣਾਂ ਦੀ। ਸੋ ਅਗਲੀ ਜਮਾਤ ਦੇ ਵਿੱਚ ਮਿਲਦੇ ਆ ਜੀ। ਰੱਬ ਰਾਖਾ। ਸ਼ੁਕਰੀਆ।